संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सजद सुख हर नाम बढ़ाई, गुर प्रसाद नानक मत पाई, सजद सुख हर नाम बढ़ाई, गुर प्रसाद नानक मत पाई। ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਜਗਜੀਤ ਸਿੰਘ, ਮੇਰੇ ਨਾਲ ਭਾਈ ਜਸਬੀਰ ਸਿੰਘ ਜੀ ਹੈਗੇ ਆ। ਜਿੱਦਾਂ ਅਸੀਂ ਪਿਛਲੀ ਵਾਰੀ ਵੀ ਇੰਟਰੋਡਕਸ਼ਨ ਉਹਨਾਂ ਦਿੱਤੀ ਸੀ, ਭਾਈ ਸਾਹਿਬ ਵੈਨਕੂਵਰ ਤੋਂ, ਤੇ ਉਹਨਾਂ ਦੇ ਕਈ ਆਰਟੀਕਲ ਤੁਸੀਂ ਸਿੱਖ ਮਾਰਗ ਤੇ ਪੜ੍ਹ ਸਕਦੇ ਹੋ, ਤੇ ਹੋਰ ਵੀ ਜਿਹੜੀਆਂ ਉਹਨਾਂ ਦੀਆਂ 2 ਬੁੱਕਸ ਆ, ਉਹ ਬੁੱਕਸ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਤੋਂ ਅਵੇਲੇਬਲ ਆ। ਅਸੀਂ ਜਿਹੜੀ ਪ੍ਰਕਰਮ ਸ਼ੁਰੂ ਕੀਤਾ ਹੋਇਆ ਉਹ ਆਨੰਦ ਦੇ ਉੱਤੇ, ਆਨੰਦ ਸੰਸਕਾਰ ਦੇ ਉੱਤੇ ਕੀਤਾ ਹੋਇਆ। ਅਸੀਂ ਆਲਰੇਡੀ 4 ਕਰ ਚੁੱਕੇ ਹਾਂ, ਅੱਜ 5ਵਾਂ। ਸੋ ਆਨੰਦ ਸੰਸਕਾਰ ਬਾਰੇ ਹੀ ਅਸੀਂ ਅੱਜ ਗੱਲਬਾਤ ਕਰਾਂਗੇ। ਉਹਦੇ ਸਾਡੇ ਕੋਲ ਕਈ ਸਵਾਲ ਹੈਗੇ ਆ ਜਿਹੜੇ ਅਸੀਂ ਭਾਈ ਸਾਹਿਬ ਕੋਲ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾ ਸਵਾਲ ਭਾਈ ਸਾਹਿਬ ਸਾਡਾ ਇਹ ਹੈ ਜੀ ਕਿ ਜਿਹੜਾ ਸਾਡੇ ਵਿੱਚ ਇਹ ਆਨੰਦ ਦੀ ਸੰਸਕਾਰ ਹੈਗਾ, ਜਦ ਕਿ ਬਾਕੀ ਧਰਮਾਂ ਵਿੱਚ ਇਹ ਡਿਫਰੈਂਟ ਤਰ੍ਹਾਂ ਨਾਲ ਹੈਗਾ, ਸੋ ਉਹਦੇ ਵਿੱਚ ਕੀ ਸਾਡਾ ਡਿਫਰੈਂਸਿਸ ਹੈਗੇ ਆ। ਬਰੀਫਲੀ ਇਹਨੂੰ ਅਸੀਂ, ਭਾਵੇਂ ਦੁਨੀਆ ਵਿੱਚ ਮੈਰਿਜ ਦੇ ਤਰ੍ਹਾਂ ਦੇ ਤਾਂ ਬਹੁਤ ਸੈਰੇਮਨੀਜ਼ ਹੈਗੀਆਂ, ਪਰ ਅਸੀਂ ਸਾਰਿਆਂ 'ਚ ਨਹੀਂ ਜਾਂਦੇ, ਅਸੀਂ ਮੁੱਖ ਲੈ ਕੇ ਥੋੜ੍ਹਾ ਜਿਹਾ ਬਰੀਫਲੀ ਉਹਨਾਂ 'ਚ ਕਰੀਏ। ਜਿੱਦਾਂ ਕਿ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਰਿੰਗਸ, ਕ੍ਰਿਸਚਨ ਵਿੱਚ ਰਿੰਗ ਸੈਰੇਮਨੀ ਹੋ ਜਾਂਦੀ ਆ ਤੇ ਖਤਮ ਹੋ ਜਾਂਦਾ, ਕਿ ਨਿਕਾਹ ਹੋ ਜਾਂਦਾ ਤੇ ਉੱਥੇ ਖਤਮ ਹੋ ਜਾਂਦਾ। ਪਰ ਸਾਡੇ ਵਿੱਚ ਇੰਨਾ ਲੰਮੇ ਪ੍ਰੋਸੈਸ, ਪਹਿਲੇ ਇੰਗੇਜਮੈਂਟ ਵੇਲੇ ਰਿੰਗ ਸੈਰੇਮਨੀ, ਫਿਰ ਚੁੰਨੀ ਚੜਾਉਣੀ, ਫਿਰ ਪਤਾ ਨਹੀਂ ਕੀ ਰਸਮਾਂ ਕਰਕੇ ਅਖੀਰੇ 'ਚ ਆਨੰਦ ਕਾਰਜ ਅਸੀਂ ਕਰਦੇ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਬਰੀਫ ਜਿਹਾ ਸਾਨੂੰ ਦੱਸੋ ਕਿ ਇਹ ਕੀ ਰੀਜ਼ਨ। ਦੇਖੋ, ਤਕਰੀਬਨ ਸਾਡੇ ਵਿੱਚ ਹੀ ਨਹੀਂ, ਤਕਰੀਬਨ ਹਰ ਕਲਚਰ ਵਿੱਚ ਧਰਮ ਦੇ ਵੱਖੋ ਵੱਖਰੇ ਜਿਹੜੇ ਸੈਕਟ ਆ ਉਹਨਾਂ ਵਿੱਚ ਵੀ ਇਹ ਕੋਈ ਦੇਖਣ ਨੂੰ ਮਿਲਦਾ। ਜਿਹੜਾ ਆਨੰਦ ਸੰਸਕਾਰ ਆ, ਜਿਹਨੂੰ ਵੱਖੋ ਵੱਖਰੀ, ਜਾਂ ਤੁਸੀਂ ਮੈਂਸ਼ਨ ਕੀਤਾ ਕਿ ਕੋਈ ਇਹਨੂੰ ਨਿਕਾਹ ਕਹਿੰਦਾ, ਕੋਈ ਵਿਆਹ ਕਹਿੰਦਾ, ਕਿਸੇ 'ਚ ਮੈਰਿਜ ਸੈਰੇਮਨੀ, ਇਹਦੇ ਵਿੱਚ ਮੁੱਖ ਰੂਪ ਵਿੱਚ ਜਿਹੜੀਆਂ ਸਾਨੂੰ 3 ਗੱਲਾਂ ਦੇਖਣ ਨੂੰ ਮਿਲਦੀਆਂ। ਇੱਕ ਹੁੰਦੀ ਆ ਜਿਹੜੀ ਕਿ ਧਰਮ ਸ਼ਾਸਤਰ ਅਨੁਸਾਰ ਵਿਆਹ ਜਾਂ ਆਨੰਦ ਦੀ ਕੀ ਰੀਤ ਆ। ਦੂਜਾ ਹੁੰਦਾ ਕੁਲ ਰੀਤ, ਕਿ ਜਿਸ ਪਰਿਵਾਰ ਵਿੱਚ ਵਿਆਹ ਹੋ ਰਿਹਾ, ਆਨੰਦ ਹੋ ਰਿਹਾ, ਉਹਨਾਂ ਪਰਿਵਾਰਾਂ ਵਿੱਚ ਉਹਨਾਂ ਦੇ ਕੁਲ ਅਨੁਸਾਰ ਉਹ ਇਸ ਰੀਤ ਵਿੱਚ ਕਿਹੋ ਜਿਹੀਆਂ ਰਸਮਾਂ ਨਿਭਾਉਂਦੇ ਆ। ਔਰ ਤੀਜਾ ਹੁੰਦਾ ਲੋਕ ਰੀਤ, ਕਿ ਜਿਸ ਸਮਾਜ ਵਿੱਚ ਉਹ ਪਰਿਵਾਰ ਰਹਿ ਰਿਹਾ ਜਾਂ ਰਹਿ ਰਿਹਾ ਸੀ, ਉਹਨਾਂ ਵਿੱਚ ਜੋ ਕੁਝ ਪ੍ਰਚਲਿਤ ਸੀ ਉਹ ਵੀ ਇਹਦਾ ਹਿੱਸਾ ਬਣ ਜਾਂਦਾ। ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਆਨੰਦ ਸੰਸਕਾਰ ਦੀ, ਇਹਦੇ ਵਿੱਚ ਸਾਨੂੰ ਇਹ 3 ਚੀਜ਼ਾਂ ਦੀ ਸ਼ਮੂਲੀਅਤ ਦਿਖਾਈ ਦਿੰਦੀ ਆ। ਇਹਦੇ ਵਿੱਚ ਲੋਕ ਰੀਤ ਵੀ ਆ, ਕੁਲ ਰੀਤ ਵੀ ਸ਼ਾਮਲ ਆ, ਔਰ ਜਿਹੜੀ ਸਾਡੀ ਧਾਰਮਿਕ ਰੀਤ ਆ, ਧਾਰਮਿਕ ਸੰਸਕਾਰ ਆ, ਜਿਹਨੂੰ ਸ਼ਾਸਤਰ ਆਚਾਰ ਕਿਹਾ ਜਾਂਦਾ, ਉਹਦੀ ਵੀ ਸ਼ਮੂਲੀਅਤ ਆ। ਇਹ ਕਾਰਨ ਆ ਕਿ ਸਾਡੇ ਵਿੱਚ ਤਕਰੀਬਨ ਜਿਹੜੇ ਦੂਜਿਆਂ ਧਰਮਾਂ ਵਿੱਚ, ਦੂਜੇ ਸੱਭਿਆਚਾਰਾਂ ਵਿੱਚ ਵਿਆਹ ਆਪਣੇ ਆਪ ਵਿੱਚ ਉਸ ਰੀਤ ਨਾਲ ਪੂਰਾ ਮੁਕੰਮਲ ਸਮਝਿਆ ਜਾਂਦਾ ਸੀ। ਉਹ ਸਾਡੇ ਵਿੱਚ ਜਿਹੜੀਆਂ ਉਹ ਕੁਲ ਰੀਤ ਜਾਂ ਲੋਕ ਰੀਤ ਵਿੱਚ ਉਹਨਾਂ ਦੀ ਵੀ ਸ਼ਮੂਲੀਅਤ ਹੋਈ ਆ। ਪਰ ਜਦੋਂ ਸਾਡੇ ਵਡੇਰੇ ਜਿਹੜੇ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਇਆ, ਇਹ ਜਿਵੇਂ ਪਹਿਲਾਂ ਬੇਨਤੀ ਕੀਤੀ ਆ ਕਿ ਇਹ ਸਾਡੇ ਧਰਮ ਵਿੱਚ ਹੀ ਨਹੀਂ ਬਲਕਿ ਹਰ ਧਰਮ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਕਿ ਜਦੋਂ ਕਿਸੇ ਨੇ ਕਿਸੇ ਦੂਜੇ ਧਰਮ ਨੂੰ ਅਪਣਾਇਆ ਤਾਂ ਉਹਦੇ ਨਾਲ ਉਹ ਆਪਣੇ ਜਿਹੜੇ ਬਹੁਤ ਸਾਰੇ ਸੰਸਕਾਰ ਜਿਹੜੇ ਆ ਉਹ ਸੰਸਕਾਰ ਨਾਲ ਲੈ ਕੇ ਹੀ ਗਿਆ। ਖਾਸ ਤੌਰ ਤੇ ਜਿਹੜੇ ਜੰਮਣ ਮਰਨ ਨਾਲ ਸੰਬੰਧਿਤ ਆ, ਵਿਆਹ ਨਾਲ ਸੰਬੰਧਿਤ ਆ, ਉਹ ਉਹਨਾਂ ਨੇ ਉਸੇ ਤਰ੍ਹਾਂ ਉਹਨਾਂ ਨੂੰ ਅਪਣਾਇਆ। ਸਮੇਂ ਨਾਲ ਕੋਈ ਤਬਦੀਲੀਆਂ ਆ ਗਈਆਂ ਔਰ ਸਾਡੇ ਵਿੱਚ ਜੋ ਦੇਖਣ ਵਿੱਚ ਮਿਲ ਆ ਰਿਹਾ ਕਿ
ਨਵੇਂ ਤੋਂ ਨਵੀਆਂ, ਕਿਉਂਕਿ ਸਿੱਖ ਜਿਹੜੇ ਆ ਜੋ ਪੰਜਾਬ ਜਾਂ ਭਾਰਤ ਤੱਕ ਹੀ ਸੀਮਿਤ ਨਹੀਂ, ਲਗਭਗ ਹਰ ਦੇਸ਼ ਵਿੱਚ ਸਿੱਖ ਜਿਹੜੇ ਆ ਉਹਨਾਂ ਦੀ ਸਾਨੂੰ ਵਸੋਂ ਮਿਲਦੀ ਆ, ਸਿੱਖ ਵਸ ਰਹੇ ਆ। ਉਹਨਾਂ ਨੇ ਕੁਝ ਜਿਹੜੇ ਆਪਣੇ ਨਾਲ ਲੈ ਕੇ ਆਏ, ਕੁਝ ਜਿਹੜੇ ਜਿੱਥੇ ਉਹ ਰਹਿ ਰਹੇ ਆ ਉਥੋਂ ਦੀਆਂ ਵੀ ਰੀਤਾਂ ਉਹਨਾਂ ਨੇ ਅਪਣਾ ਲਈਆਂ। ਤੋ ਇਸ ਤਰ੍ਹਾਂ ਤਿੰਨ ਸੰਸਕਾਰ ਮਿਲ ਜਾਂਦੇ ਆ, ਕੁਲ ਰੀਤ, ਲੋਕ ਰੀਤ ਅਤੇ ਧਰਮ ਸ਼ਾਸਤਰ ਅਨੁਸਾਰ ਜਿਹੜੀ ਵਿਆਹ ਦੀ ਰੀਤ ਆ। ਤੋ ਇਸ ਲਈ ਜਿਹੜਾ ਕਈ ਵਾਰ ਸਵਾਲ ਉਠਾਉਂਦੇ ਵੀ ਆ, ਤੁਸੀਂ ਵੀ ਉਠਾਇਆ ਕਿ ਜਿਹੜੀਆਂ ਰਸਮਾਂ ਰਿੰਗ ਵਗੈਰਾ ਜਿਹੜੀ ਸਰਮਨ ਵਗੈਰਾ ਇਹ ਆ, ਇਹ ਅਸੀਂ ਵੈਸਟਰਨ ਤੋਂ ਸਿੱਖੀ ਆ, ਵੈਸਟਰਨ ਅਪਣਾਈ ਆ। ਜਿਹੜਾ ਅਜੇ ਇੰਡੀਆ ਵਿੱਚ ਤਾਂ ਉਨੀ ਪਾਪੂਲਰ ਨਹੀਂ, ਪਰ ਇੱਥੇ ਜਿਹੜੀ ਤਕਰੀਬਨ ਹਰ ਵਿਆਹ ਵਿੱਚ, ਹਰ ਆਨੰਦ ਵਿੱਚ ਜਿਹੜੀ ਰਿੰਗ ਸੈਰੇਮਨੀ ਉਹ ਕੀਤੀ ਜਾਂਦੀ ਆ। ਜਿਹੜੀ ਕੋਈ ਸਾਡੀ ਉਹ ਆਨੰਦ ਨਾਲ ਕੋਈ ਦਾ ਸੰਬੰਧ ਨਹੀਂ, ਪਰ ਉਹ ਜਿਹੜੀ ਲੋਕ ਰੀਤ ਵਿੱਚ ਆ ਜਾਂਦੀ ਹੈ ਕਿ ਜਿੱਥੇ ਅਸੀਂ ਜਿਹੜਾ ਦੂਜੇ ਸਮਾਜ ਵਿੱਚ ਵਿਚਰਦੇ ਹਾਂ, ਅਸੀਂ ਦੂਜਿਆਂ ਦੇ ਕਲਚਰ ਦੇ ਇਸ ਹਿੱਸੇ ਨੂੰ ਅਪਣਾ ਲਿਆ। ਇਸ ਕਰਕੇ ਇਸ ਤਰ੍ਹਾਂ ਮਿਲਗੋਭਾ ਜਿਹੜਾ ਸਾਨੂੰ ਹਰ ਥਾਂ ਦੇਖਣ ਨੂੰ ਮਿਲਦਾ। ਕਈ ਹੁਣ ਥੋੜਾ ਜਿਹਾ ਇਹਦੇ ਵਿੱਚ ਅਸੀਂ ਹੋਰ ਵਿਸਤਾਰ ਕਰੀਏ ਕਿ ਜਿੱਦਾਂ ਹਿੰਦੂ ਰੀਤ ਵਿੱਚ 7 ਫੇਰੇ ਹੈਗੇ, ਸਾਡੇ 4 ਫੇਰੇ ਆ। 7 ਚੋਂ 3 ਵਿੱਚ ਲੜਕੀ ਅੱਗੇ ਹੁੰਦੀ ਆ, 4 ਵਿੱਚ ਲੜਕਾ ਅੱਗੇ ਹੁੰਦਾ। ਠੀਕ, ਤੇ ਸਾਡੇ ਵਿੱਚ 4 ਵਿੱਚ ਲੜਕੇ ਦੇ ਅੱਗੇ ਹੋਣਾ ਪ੍ਰਥਾ ਹੈਗੀ ਆ ਜਾਂ ਪਰੰਪਰਾ ਹੈਗੀ ਆ। ਸੋ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ? ਤੁਸੀਂ ਦੇਖੋ, ਸ਼ਾਇਦ ਉਸ ਸਾਡੇ ਜਿਹੜੇ ਦਰਸ਼ਕ ਵੀ ਆ ਉਹਨਾਂ ਨੂੰ ਵੀ ਇਹ ਬੜੀ ਗੱਲ ਅਚੰਭੇ ਵਾਲੀ ਲੱਗੇ ਕਿ ਅਸਲ ਵਿੱਚ ਜਿਹੜੀ ਵੈਦਿਕ ਰੀਤੀ ਆ ਉਹਦੇ ਅਨੁਸਾਰ 4 ਹੀ ਫੇਰੇ ਆ। ਇਹ ਬੜੇ ਬਾਅਦ ਵਿੱਚ ਇਹਨਾਂ ਵਿੱਚ ਵੀ ਜਿਹੜੇ ਆ ਉਹ 7 ਫੇਰੇ ਦੀ ਪਰੰਪਰਾ ਜਿਹੜੀ ਉਹ ਕਾਇਮ ਹੋਈ ਆ। ਔਰ ਅਸਲ ਵਿੱਚ ਜਿਹੜੇ ਇਹਨਾਂ ਵਿੱਚ ਸਪਤਪਦੀ ਸ਼ਬਦ ਆ, ਉਹਦਾ ਭਾਵ ਆ 7 ਬਚਨ। 7 ਫੇਰੇ ਨਹੀਂ ਸੀ ਹੁੰਦੇ, 7 ਬਚਨ ਹੁੰਦੇ ਸੀ। ਜਿਹੜੀ ਕਿ ਲੜਕੀ ਉਹ ਆਪਣੇ ਹੋਣ ਵਾਲੇ ਪਤੀ ਤੋਂ ਉਹ ਜਿਹੜੇ ਬਚਨ ਉਹਨਾਂ ਨੂੰ ਪ੍ਰਗਟ ਕਰਦੀ ਸੀ ਔਰ ਉਸ ਨੂੰ ਬਚਨ ਲੈਂਦੀ ਸੀ ਕਿ ਤੂੰ ਮੈਨੂੰ ਬਚਨ ਦੇ ਤਾਂ ਮੈਂ ਤੇਰੇ ਖੱਬੇ ਪਾਸੇ ਬੈਠੂੰਗੀ। ਇਸ ਲਈ ਇਸਤਰੀ ਨੂੰ ਬਾ ਮੰਗਣੀ ਵੀ ਆਖਦੇ ਆ ਕਿ ਜਿਹੜੀ ਖੱਬੇ ਹੱਥ ਬੈਠਣ ਵਾਲੀ। ਤੋ ਜਿਹੜੇ ਫੇਰੇ ਸੀ ਇਸ ਵਿੱਚ ਸ਼ੁਰੂ ਵਿੱਚ ਉਹ 4 ਫੇਰੇ ਹੀ ਸੀ ਵੈਦਿਕ ਰੀਤੀ ਅਨੁਸਾਰ, ਪਰ ਸਮੇਂ ਅਨੁਸਾਰ ਇਹਨਾਂ ਵਿੱਚ ਜਿਹੜੀ ਉਹ ਸਬਤਪਦੀ ਸ਼ਬਦ ਸੀ, ਜਿਹੜੇ 7 ਬਚਨ ਸੀਗੇ ਜਿਹੜਾ ਕਿ ਪਤੀ ਦਿੰਦਾ ਸੀਗਾ, ਉਹ ਸਹਿਜੇ ਸਹਿਜੇ ਉਹ 7 ਫੇਰੇ ਜਿਹੜੇ ਆ ਬਦਲ ਗਏ। ਜਿਹੜੇ 4 ਫੇਰੇ ਸੀ ਉਹ ਜਿਹੜੇ 4 ਪਦਾਰਥ ਆ, ਧਰਮ, ਅਰਥ, ਕਾਮ, ਮੋਕਸ਼, ਇਹਨਾਂ ਦੇ ਪ੍ਰਤੀਕ ਸੀ। ਇਹਨਾਂ ਵਿੱਚ ਜਿਹੜੇ 3 ਫੇਰੇ ਆ ਉਹ ਬੱਚੀ ਜਿਹੜੀ ਆ ਉਹ ਅੱਗੇ ਹੁੰਦੀ ਸੀ, ਜਿਹੜਾ ਲੜਕਾ ਉਹ ਪਿੱਛੇ ਤੁਰਦਾ ਸੀਗਾ। ਉਹ ਜਿਹੜਾ ਚੌਥਾ ਫੇਰਾ, ਚੌਥੇ ਫੇਰੇ ਵਿੱਚ ਲੜਕਾ ਅੱਗੇ ਹੁੰਦਾ ਸੀਗਾ ਤੇ ਲੜਕੀ ਪਿੱਛੇ ਹੁੰਦੀ ਸੀ। ਉਹਨਾਂ ਦਾ ਇਹ ਮੰਨਣਾ ਸੀ, ਇਹ ਪ੍ਰਤੀਕ ਸੀ ਕਿ ਜਿਹੜੇ ਧਰਮ, ਅਰਥ ਤੇ ਕਾਮ ਜਿਹੜਾ ਇਹਦੇ ਵਿੱਚ ਇਸਤਰੀ ਦੀ, ਪਤਨੀ ਦੀ ਪ੍ਰਧਾਨਤਾ। ਪਰ ਜਿਹੜਾ ਚੌਥਾ ਮੋਕਸ਼ ਵਾਲਾ, ਇਹਦੇ ਵਿੱਚ ਇਸਤਰੀ ਨੂੰ ਆਪਣੇ ਪਤੀ ਦਾ ਪਿੱਛੇ ਜਿਹੜਾ ਉਹਦੇ ਪਿੱਛੇ ਤੁਰਨਾ ਪੈਣਾ, ਉਹਦਾ ਅਨੁਸਰਨ ਕਰਨਾ ਪੈਣਾ। ਜਿਹੜੇ 7 ਬਚਨ ਉਸ ਲਈ ਇਸਤਰੀ ਲੈਂਦੀ ਜਿਹੜੀ ਆ ਆਪਣੇ ਪਤੀ ਕੋਲੋਂ ਉਹ ਮੰਗਦੀ ਸੀ ਕਿ ਤੂੰ ਮੈਨੂੰ ਆ ਬਚਨ ਦੇ, ਉਹ ਬਚਨ ਦਿੰਦਾ ਸੀਗਾ। ਉਹ ਸਬਤਪਦੀ ਸਹਿਜੇ ਸਹਿਜੇ ਜਿਹੜੇ ਆ ਉਹ 7 ਫੇਰੇ ਜਿਹੜੇ ਆ ਉਸ ਵਿੱਚ ਬਦਲ ਗਈ। ਔਰ ਕਈ ਥਾਂ ਇਹਨਾਂ ਵਿੱਚ ਵੀ ਜਿਹੜੇ ਆ ਕਿ ਕਿਤੇ 4 ਫੇਰਿਆਂ ਵਿੱਚ ਲੜਕਾ ਅੱਗੇ ਹੁੰਦਾ, 3 ਫੇਰਿਆਂ ਵਿੱਚ ਲੜਕੀ ਅੱਗੇ ਹੁੰਦੀ ਆ, ਪਰ ਕਿਧਰੇ ਲੜਕੀ ਜਿਹੜੀ ਆ ਉਹ ਅੱਗੇ ਹੁੰਦੀ ਆ 4 ਫੇਰਿਆਂ, 3 ਫੇਰਿਆਂ ਵਿੱਚ ਲੜਕਾ ਪਿੱਛੇ ਹੁੰਦਾ। ਤੋ ਇਹ ਵੱਖੋ ਵੱਖਰੇ ਥਾਂ ਦਾ ਪ੍ਰਭਾਵ ਆ ਕਿ ਕਿਤੇ ਕਿਸ ਤਰ੍ਹਾਂ ਰੂਪ ਵੀ ਪ੍ਰਚਲਿਤ ਹੋ ਗਏ। ਪਰ ਸਾਡੇ ਵਿੱਚ ਜਿਹੜੇ ਆ ਉਹ 4 ਫੇਰੇ ਆ, 4 ਜਿਹੜੇ ਛੰਦ ਆ, ਇਹ ਛੰਦ ਦੇ 4 ਪਦੇ ਆ। ਔਰ ਇਹ ਵੀ ਇਸ ਗੱਲ ਦਾ ਪ੍ਰਤੀਕ ਆ ਕਿ ਉਸ ਸਮੇਂ ਗੁਰੂ ਸਾਹਿਬਾਨ ਦੇ ਸਮੇਂ ਜਿਹੜੀਆਂ ਉਸ ਸਮੇਂ ਹਿੰਦੂਆਂ ਵਿੱਚ ਵੀ 4 ਫੇਰਿਆਂ ਦੀ ਹੀ ਪਰੰਪਰਾ ਸੀ। ਇਹ ਜਿਹੜੇ ਵੀਰੋ ਹੋਰ ਸਟੱਡੀ ਕਰਨਾ ਚਾਹਣ, ਗੂਗਲ ਤੇ ਜਾਣ ਤਾਂ ਉਹਨਾਂ ਨੂੰ ਜਿੱਥੇ 7 ਫੇਰਿਆਂ ਦੀ ਗੱਲ ਮਿਲੂ ਉੱਥੇ ਨਾ 4 ਫੇਰਿਆਂ ਦੀ ਵੀ ਗੱਲ ਮਿਲੂਗੀ। ਈਵਨ ਜਿਹੜਾ ਬੰਜਾਰਾ ਬੇਦੀ ਜਿਨ੍ਹਾਂ ਨੇ ਜਿਹੜਾ ਕੋਸ਼ ਲਿਖਿਆ ਹੋਇਆ, ਜਿਹਦੇ ਵਿੱਚ ਪੰਜਾਬ ਦਾ ਜਿਹੜਾ ਸੱਭਿਆਚਾਰ ਆ, ਲੋਕ ਗੀਤ, ਲੋਕ ਕਾਵ, ਇਸ ਨਾਲ ਜਿੰਨੇ ਵੀ ਜੁੜੇ ਪਹਿਲੂ ਆ ਉਹਨਾਂ ਨੇ ਬੜੇ ਵਿਸਥਾਰ ਨਾਲ ਇਹਦੇ ਵਿੱਚ ਜ਼ਿਕਰ ਕੀਤਾ ਹੋਇਆ। ਉਹਦੇ ਵਿੱਚ ਜਦੋਂ ਫੇਰਿਆਂ ਦੀ ਗੱਲ ਕੀਤੀ ਆ, ਉਹਦੇ ਵਿੱਚ ਹਿੰਦੂਆਂ ਦੀ ਜਦੋਂ ਗੱਲ ਕਰਦੇ ਆ ਉਹਦੇ 4 ਜਾਂ 7 ਫੇਰੇ ਲਿਖੇ ਹੋਏ ਆ, ਪਰ ਸਹਿਜੇ ਸਹਿਜੇ ਹੁਣ ਮੋਸਟਲੀ 7 ਫੇਰੇ ਇਹਨਾਂ ਵਿੱਚ ਪ੍ਰਚਲਿਤ ਹੋ ਗਏ ਆ। ਤੋ ਸਾਡਾ ਜਿਹੜਾ ਛਾਂਤਾ ਬਲਾਵਾਂ ਦਾ, ਕਿਉਂਕਿ ਉਸ ਸਮੇਂ 4 ਹੀ ਪ੍ਰਚਲਿਤ ਸੀ, ਤੋ ਜਿਹੜਾ
ਇਹਦੇ ਛੰਦ ਦੇ ਪਦੇ ਆ ਉਹ 4 ਹੀ ਪਦੇ ਆ। ਤਾਂ ਸਾਡੇ ਵਿੱਚ ਅੱਗੇ ਸਿਸਟਮ ਬਣਾਇਆ ਗਿਆ, ਇਹਦੇ ਵਿੱਚ ਕੋਈ ਅਸੀਂ ਹੁਣ ਜੋ ਮਰਜ਼ੀ ਪ੍ਰਤੀਕ ਮੰਨ ਲਈਏ ਉਹ ਗੱਲ ਵੱਖਰੀ ਆ ਕਿ ਹਰ ਧਰਮ ਦਾ ਜਿਹੜਾ ਕੋਈ ਜਦੋਂ ਚਿੰਨ੍ਹ ਹੁੰਦਾ ਫਿਰ ਉਹ ਪ੍ਰਤੀਕ ਜਿਹੜੇ ਆ ਉਹਦੇ ਚੋਂ ਲੈ ਜਾਂਦੇ ਆ, ਸਮੇਂ ਨਾਲ ਬਦਲ ਜਾਂਦੇ ਆ, ਉਹਨਾਂ ਦਾ ਨਵੇਂ ਆ ਜਾਂਦੇ ਆ। ਤਾਂ ਅਸੀਂ ਵੀ ਭਾਵੇਂ ਹੁਣ ਪ੍ਰਤੀਕ ਜੋ ਮਰਜ਼ੀ ਬਣਾ ਲਈਏ ਲੈ ਲਈਏ, ਪਰ ਸੱਚ ਇਹੀ ਆ ਕਿ ਜਿਹੜੀ ਇੱਕ ਪਰੰਪਰਾ ਤੁਰੀ ਆ ਰਹੀ ਸੀ ਪਹਿਲਾਂ ਹਿੰਦੂ ਧਰਮ ਵਿੱਚ, ਤੋ ਅਸੀਂ ਵੀ ਉਸ ਨੂੰ ਹੀ ਅਡਾਪਟ ਕਰਦੇ ਹੋਇਆ ਜਿਹੜੇ ਇਹ 4 ਫੇਰੇ, ਜਿਵੇਂ ਮੈਂ ਪਿਛਲੇ ਐਪੀਸੋਡ ਵਿੱਚ ਗੱਲ ਕੀਤੀ ਸੀਗੀ ਕਿ ਜਿਹੜੀ ਹੈ ਇਹ ਮਾਰਚ ਮਹੀਨੇ 1855 ਵਿੱਚ ਜਿਹੜੀ ਇਹ ਫੇਰਿਆਂ ਦੀ ਪਰੰਪਰਾ ਜਿਹੜੀ ਆ ਰਾਵਲਪਿੰਡੀ ਤੋਂ ਇਸ ਨੂੰ ਪਰੰਪਰਾ ਦਾ ਮੁੱਢ ਵੱਜਦਾ ਜਿਹੜਾ ਸਹਿਜੇ ਸਹਿਜੇ ਸਮੁੱਚੇ ਸਿੱਖ ਜਗਤ ਨੇ ਜੋ ਅਪਣਾ ਲਿਆ ਹੋਇਆ। ਤੋ ਛੰਦ ਕਿਉਂਕਿ ਉਹਦੇ ਪਦੇ 4 ਆ, ਇਹ ਲਈ 4 ਹੀ ਫੇਰੇ ਲੈ ਜਾਂਦੇ ਆ, ਔਰ 4 ਫੇਰਿਆਂ ਵਿੱਚ ਜਿਹੜਾ ਮਰਦ ਆ ਉਹੀ ਜਿਹੜਾ ਅੱਗੇ ਹੁੰਦਾ, ਇਸਤਰੀ ਦੇ ਪਿੱਛੇ ਤੁਰਦੀ ਆ। ਪਰ ਇਹਦੇ ਵਿੱਚ ਕੋਈ ਧਾਰਮਿਕ ਪੱਖੋਂ ਇਹ ਗੱਲ ਨਹੀਂ ਆਖੀ ਗਈ ਕਿ ਅੱਗੇ ਹੋਣਾ ਜਾਂ ਪਿੱਛੇ ਹੋਣਾ, ਇਸ ਨਾਲ ਕੋਈ ਫਰਕ ਪੈਂਦਾ। ਕਿਸੇ ਦੀ ਜਿਹੜੀ ਮਾਨ ਮਰਿਆਦਾ ਜੋ ਪਦਵੀ ਆ, ਜੋ ਮਿਆਰ ਆ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਅਸੀਂ ਕਹਿ ਸਕਦੇ ਹਾਂ ਕਿ ਸਿਰਫ ਇੱਕ ਡਿਸਪਲਿਨ ਬਣਾਇਆ ਗਿਆ ਕਿ ਉਸ ਡਿਸਪਲਿਨ ਅਧੀਨ ਬੱਚਾ ਜਿਹੜਾ ਲੜਕਾ ਅੱਗੇ ਹੁੰਦਾ, ਬੱਚੀ ਪਿੱਛੇ ਤੁਰਦੀ ਆ। ਹੁਣ ਅਸੀਂ ਉਹ ਪ੍ਰਤੀਕ ਕੱਢਨੇ ਹੋਣ ਕਿ ਕਿਸ ਚੀਜ਼ ਦਾ ਪ੍ਰਤੀਕ ਆ, ਉਹ ਤੁਸੀਂ ਜੋ ਮਰਜ਼ੀ ਕਰ ਲਈਏ ਬਣਾ ਲਈਏ, ਉਹ ਹਰ ਇੱਕ ਜਿਹੜਾ ਆਪੋ ਆਪਣੀ ਸਮਝ ਅਨੁਸਾਰ ਇਹਨੂੰ ਪ੍ਰਤੀਕ ਬਣ ਕੇ ਉਹਦੀ ਵਿਆਖਿਆ ਕਰ ਦਿੰਦਾ। ਇਹਦੇ 'ਚ ਇੱਕ ਬੜਾ ਇੰਪੋਰਟੈਂਟ ਸਵਾਲ ਤੁਸੀਂ ਰੇਜ਼ ਕੀਤਾ ਕਿ ਜਿਹੜਾ ਬੱਚਾ ਬੱਚੀ ਜਦੋਂ 7 ਫੇਰੇ ਲੈਂਦੇ ਸੀ ਉਹ 7 ਕਸਮਾਂ ਸੀਗੀਆਂ, ਉਹਨਾਂ ਦੀ ਵਾਊਚਿੰਗ ਸੀਗੀ। ਕ੍ਰਿਸਚੈਨਿਟੀ ਵਿੱਚ ਵੀ ਜਦੋਂ ਮੈਰਿਜ ਹੁੰਦੀ ਆ ਉਹ ਪੁੱਛਦੇ ਆ ਅਸੈਪਟ ਕਰਦੇ ਹੋ ਕਿ ਨਹੀਂ ਅਸੈਪਟ ਕਰਦੇ। ਸਿੱਖ ਪਰੰਪਰਾ ਦੇ ਵਿੱਚ ਕੀ ਸਾਡੇ ਜਿਹੜੇ ਪ੍ਰਬੰਧਕ ਸਾਹਿਬਾਨ ਜਾਂ ਜਦੋਂ ਵਿਆਹ ਕਰ ਰਹੇ ਆ, ਕੀ ਉਹ ਗੁਰਦੁਆਰੇ ਵਾਲੇ ਜਾਂ ਉਹਨਾਂ 'ਚ ਇਹ ਨਹੀਂ ਪੁੱਛਣਾ ਚਾਹੀਦਾ ਕਿ ਕਿਧਰੇ ਪੇਰੈਂਟਸ ਉਹਨਾਂ ਦਾ ਜ਼ਬਰਦਸਤੀ ਵਿਆਹ ਤਾਂ ਨਹੀਂ ਕਰ ਰਹੇ, ਉਹ ਵਾਕਈ ਮੰਨਦੇ ਆ ਕਿ ਨਹੀਂ ਮੰਨਦੇ, ਉਹ ਬੱਚਾ ਬੱਚੀ ਦੀ ਮਰਜ਼ੀ ਨਾਲ ਹੋ ਰਿਹਾ ਜਾਂ ਕੀ ਹੋ ਰਿਹਾ? ਕੀ ਇਸ ਤਰੀਕੇ ਦਾ ਸਾਡੇ ਵਿੱਚ ਪੁੱਛਣ ਦੀ ਕੋਈ ਪਰੰਪਰਾ ਨਹੀਂ ਹੈ, ਜਾਂ ਅਸੀਂ ਅਜ਼ਿਊਮ ਕਰ ਲੈਂਦੇ ਹਾਂ ਕਿ ਜੋ ਹੋ ਰਿਹਾ ਠੀਕ ਹੋ ਰਿਹਾ? ਨਹੀਂ, ਸਾਡੇ ਵਿੱਚ ਤੇ ਸੀ, ਇਸੇ ਲਈ ਸਾਡੇ ਜੋ ਬਾਲ ਵਿਆਹ ਦੀ ਮਨਾਹੀ ਆ, ਸਾਡੇ ਵਿੱਚ ਮਨਾਹੀ ਦਾ ਕਾਰਨ ਮੁੱਖ ਇਹੀ ਆ ਕਿ ਜ਼ਬਰਦਸਤੀ ਨਾ ਹੋਵੇ। ਪਰ ਪ੍ਰੋਬਲਮ ਇਹ ਹੈ ਕਿ ਸਾਡੇ ਵਿੱਚ ਤਾਂ ਹੋਰ ਕਈ ਥਾਈਂ ਸਾਡੇ 'ਚ ਗਿਰਾਵਟਾਂ ਆ ਗਈਆਂ, ਕਮਜ਼ੋਰੀਆਂ ਆ ਗਈਆਂ। ਇਸੇ ਤਰ੍ਹਾਂ ਜਿਹੜੀ ਆਨੰਦ ਵਰਗਾ ਇਹ ਸੰਸਕਾਰ ਆ, ਇਹਦੇ ਵਿੱਚ ਵੀ ਸਾਡੇ ਵਿੱਚ ਕਾਫੀ ਗਿਰਾਵਟ ਆ ਗਈ। ਹੁਣ ਜਸ ਇੱਕ ਰਸਮ ਬਣ ਗਈ, ਇਹਦੇ ਵਿੱਚ ਨਾ ਬੱਚੇ ਨੂੰ ਪਤਾ ਹੁੰਦਾ ਕਿ ਕੀ ਪੜ੍ਹਿਆ ਜਾ ਰਿਹਾ, ਕੀ ਗਾਇਆ ਜਾ ਰਿਹਾ, ਜਦ ਚਾਹੀਦਾ ਸੀ। ਔਰ ਸਾਡੇ ਵਿੱਚ ਐਸੀ ਪਰੰਪਰਾ ਸੀ ਕਿ ਬਕਾਇਦਾ ਜਿਹੜਾ ਉਹ ਬੱਚੇ ਨੂੰ ਪੁੱਛਿਆ ਜਾਂਦਾ ਸੀਗਾ, ਦੱਸਿਆ ਜਾਂਦਾ ਸੀਗਾ। ਪਰ ਹੁਣ ਜਿਹੜਾ ਨਾ ਹੀ ਸੱਚ ਇਹ ਆ ਕਿ ਨਾ ਹੀ ਸਾਡੇ ਲੋਕਾਂ ਵਿੱਚ ਇੰਨੀ ਯੋਗਤਾ, ਜੋ ਤੁਸੀਂ ਕ੍ਰਿਸਚੀਅਨਿਟੀ ਦੀ ਗੱਲ ਕੀਤੀ ਆ ਜਾਂ ਜਿਹੜਾ ਜਿਹੜੇ ਯਹੂਦੀ ਆ, ਉਹਨਾਂ ਵਿੱਚ ਜਿਹੜੇ ਪਾਦਰੀ ਲੋਕ ਆ ਉਹ ਵੈਲ ਐਜੂਕੇਟਡ ਪੀਪਲ ਆ, ਚੰਗੇ ਪੜ੍ਹੇ ਲਿਖੇ ਸੱਜਣ ਆ, ਉਹਨਾਂ ਨੂੰ ਉਹ ਨਿਯੁਕਤ ਕਰਦੇ ਆ। ਉਹਨਾਂ ਦਾ ਇੱਕ ਬਕਾਇਦਾ ਸਮਾਜ ਵਿੱਚ ਪ੍ਰਭਾਵ ਹੁੰਦਾ, ਉਹਨਾਂ ਦੇ ਲੋਕਾਂ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੁੰਦਾ। ਪਰ ਸਾਡਾ ਜਿਹੜਾ ਨਿਜ਼ਾਮ ਇੰਨਾ ਜਿਹੜਾ ਉਹ ਗਿਰਾਵਟ ਵਿੱਚ ਚਲਾ ਗਿਆ ਕਿ ਆਮ ਲੋਕਾਂ ਦੇ ਮਨਾਂ ਵਿੱਚ ਨਾ ਹੀ ਜਿਹੜੇ ਗ੍ਰੰਥੀ ਸਾਹਿਬਾਨ ਆ, ਰਾਗੀ ਸਾਹਿਬਾਨ ਆ ਜਾਂ ਪ੍ਰਬੰਧਕ ਸਾਹਿਬਾਨ ਆ, ਇਹਨਾਂ ਬਾਰੇ ਉਹਨਾਂ ਵਿੱਚ ਇਹ ਬਿਲਕੁਲ ਭਾਵ ਨਹੀਂ ਕਿ ਇਹ ਲੋਕ ਜਿਹੜੇ ਆ ਇਹ ਬੜੇ ਉੱਚ ਪਾਈ ਦੇ ਆਚਰਨ ਦੇ ਮਾਲਕ ਆ ਜਾਂ ਸਾਨੂੰ ਇਹ ਇਸ ਪੱਖੋਂ ਕੋਈ ਸੇਧ ਦੇ ਸਕਦੇ ਆ। ਇਹ ਸਾਡੇ ਵਿੱਚ ਕਈ ਪੱਖੋਂ ਨਕਾਰਾਤਮਕ ਜਿਹੜਾ ਪ੍ਰਚਾਰ ਹੋਣ ਕਾਰਨ ਵੀ ਜਿਹੜਾ ਇਹ ਪੱਖ ਜਿਹੜਾ ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਹਾਵੀ ਹੋਣ ਕਾਰਨ ਐਸਾ ਪ੍ਰਭਾਵ ਲਿਆ ਜਾਣ ਲੱਗ ਪਿਆ। ਔਰ ਦੂਜਾ ਜਿਹੜਾ ਕਾਰਨ ਆ ਕਿ ਸਾਡੇ ਲੋਕਾਂ ਵਿੱਚ ਇੰਨੀ ਯੋਗਤਾ ਵੀ ਨਹੀਂ। ਜਿਹੜਾ ਮੰਨ ਲਓ ਇੱਕ ਬੱਚਾ ਮੰਨ ਲਓ ਜਿਹੜੇ ਇੱਕ ਡਾਕਟਰ ਜੋੜਾ, ਉਹਨਾਂ ਨੂੰ ਇੱਕ ਜਿਹੜਾ ਗ੍ਰੰਥੀ ਸਾਹਿਬਾਨ ਜਿਸ ਨੂੰ ਪੰਜਾਬੀ ਵਿੱਚ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ, ਉਹ ਗ੍ਰੰਥੀ ਲੱਗਾ ਹੋਇਆ, ਤਾਂ ਹੁਣ ਉਹਨਾਂ ਨੂੰ ਕੀ ਦੱਸੂਗਾ? ਤਾਂ ਸਾਡੇ ਵਿੱਚ ਇੱਕ ਪੱਖੋਂ ਨਹੀਂ, ਕਈ ਪੱਖਾਂ ਤੋਂ ਕਮਜ਼ੋਰੀਆਂ ਆ ਗਈਆਂ। ਅੱਜ ਜਿਹੜੀ ਸਾਡੀ ਹਾਲਤ ਇਹ ਆ, ਭਾਵੇਂ ਅਸੀਂ ਕਹਿਣ ਨੂੰ ਜੋ ਮਰਜ਼ੀ ਆਖੀ ਜਾਈਏ, ਪਰ ਸੱਚ ਇਹ ਆ ਕਿ ਸਾਡਾ ਇਹ ਜਿਹੜਾ ਆਨੰਦ ਸੰਸਕਾਰ ਆ, ਇਹ ਵੀ ਇੱਕ ਬਿਲਕੁਲ ਮਹਿਜ਼ ਰਸਮ ਬਣ ਕੇ ਰਹਿ ਗਿਆ। ਅਸੀਂ ਦੂਜਿਆਂ ਬਾਰੇ ਜ਼ਰੂਰ ਗੱਲ ਕਰਦੇ ਹਾਂ, ਪਰ
ਅਸੀਂ ਉਹਨਾਂ ਨਾਲੋਂ ਵੀ ਇਸ ਪੱਖੋਂ ਜਿਹੜੇ ਆ ਉਹ ਬਹੁਤ ਜ਼ਿਆਦਾ ਗਿਰਾਵਟ ਵਿੱਚ ਆ ਚੁੱਕੇ ਹੋਏ ਆ। ਇਹਦੇ ਵਿੱਚ ਕੋਈ ਦੁਰਾਵਾ ਨਹੀਂ। ਚਾਹੀਦਾ ਤਾਂ ਇਹ ਸੀ ਕਿ ਪੁੱਛਿਆ ਜਾਂਦਾ, ਬਕਾਇਦਾ ਜਿਹੜਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੰਗਤ ਬੈਠੀ ਆ, ਪਰਿਵਾਰ ਬੈਠੇ ਹੋਏ ਆ, ਖਾਸ ਤੌਰ 'ਤੇ ਜਦੋਂ ਦੂਜਾ ਵਿਆਹ ਕਿਸੇ ਦਾ ਹੋ ਰਿਹਾ ਜਾਂ ਜੋ ਡਿਵੋਰਸੀ ਆ ਉਹ ਦੁਬਾਰਾ ਵਿਆਹ ਕਰ ਰਹੇ ਆ, ਤਾਂ ਕਾਰਨ ਜਾਣਨੇ ਜ਼ਰੂਰੀ ਆ। ਘੱਟੋ ਘੱਟ ਧਾਰਮਿਕ ਪੱਖੋਂ ਕਿ ਜੇਕਰ ਉਹ ਤਲਾਕ ਦੇ ਕੇ ਦੁਬਾਰਾ ਵਿਆਹ ਕਰ ਰਿਹਾ ਤਾਂ ਉਹ ਕਾਰਨ ਕੀ ਆ। ਸਾਡਾ ਇੰਨਾ ਕੁ ਮਿਆਰ ਤਾਂ ਹੋਣਾ ਹੀ ਚਾਹੀਦਾ ਧਾਰਮਿਕ ਪੱਖੋਂ ਕਿ ਅਸੀਂ ਇਹ ਦੇਖ ਸਕੀਏ, ਪੁੱਛ ਸਕੀਏ ਕਿ ਚਾਹੇ ਉਹ ਲੜਕੀ ਆ ਚਾਹੇ ਲੜਕਾ, ਉਹਨੂੰ ਬਕਾਇਦਾ ਪੁੱਛਿਆ ਜਾਏ। ਅਸੀਂ ਦੂਜੇ ਧਰਮਾਂ ਦੀ ਗੱਲ ਕਰਦੇ ਉਹਨਾਂ ਬਕਾਇਦਾ ਜਿਹੜਾ ਉਹ ਪੁੱਛਿਆ ਜਾਂਦਾ, ਉਹ ਜੇਕਰ ਦੇਖਦੇ ਆ ਤਾਂ ਨਾ ਕਰ ਦਿੰਦੇ ਆ। ਪਰ ਸਾਡੇ ਵਿੱਚੋਂ ਕਿ ਕਮਜ਼ੋਰੀ ਆ ਇੰਨੀ ਆ ਗਈ ਕਿ ਅਸੀਂ ਤਾਂ ਇੱਕ ਜਿਹੜੇ ਆ ਉਹ ਕਮਰਸ਼ੀਅਲ ਰੂਪ ਧਾਰਨ ਕਰ ਲਿਆ ਕਿ ਜੇਕਰ ਮੈਂ ਨਾ ਕਰ ਦੂੰ ਦੂਜੇ ਗੁਰਦੁਆਰੇ ਚਲੇ ਜਾਣਗੇ, ਉਹ ਕਹਿਣਗੇ ਵੈਲਕਮ, ਆਓ ਜੀ ਆਇਆਂ ਨੂੰ ਅਸੀਂ ਕਰਾ ਦਿੰਦੇ ਆ। ਸਾਡੇ ਤੇ ਕੰਪੀਟੀਸ਼ਨ ਲੱਗਾ ਹੋਇਆ ਨਾ। ਤੇ ਜੇਕਰ ਸੁਹਿਰਦ ਹੋਈਏ, ਜੇਕਰ ਇਹਦੇ ਵਿੱਚ ਅਸਲ ਵਿੱਚ ਸੰਗਤਾਂ ਦੇ ਵੀ ਸਹਿਯੋਗ ਦੀ ਜ਼ਰੂਰਤ ਆ, ਪ੍ਰਬੰਧਕ ਸਾਹਿਬਾਨ ਨੂੰ ਵੀ ਜਾਗਰੂਕ ਹੋਣ ਦੀ ਲੋੜ ਆ ਕਿ ਜਿਹੜੇ ਸਾਡੇ ਧਾਰਮਿਕ ਆਧਾਰੇ ਆ, ਸਾਨੂੰ ਇਹਨਾਂ ਦਾ ਮਿਆਰ ਜਿਹੜਾ ਇਹਨਾਂ ਥੱਲੇ ਨਹੀਂ ਸਿੱਟਣਾ ਚਾਹੀਦਾ ਕਿ ਅਸੀਂ ਕੇਵਲ ਪੈਸਾ ਹੀ ਮੁੱਖ ਰੱਖੀਏ ਜਾਂ ਇਹ ਦੇਖੀਏ ਕਿ ਅਸੀਂ ਨਾ ਕਰਕੇ ਦੂਜੇ ਗੁਰਦੁਆਰੇ ਚਲੇ ਜਾਣਗੇ, ਸਾਨੂੰ ਨੁਕਸਾਨ ਹੋ ਜਾਊਗਾ ਜਾਂ ਨਾਰਾਜ਼ ਹੋ ਜਾਊਗਾ। ਇੱਥੇ ਇਹਨਾਂ ਗੱਲਾਂ ਤੋਂ ਸਾਨੂੰ ਉੱਪਰ ਉੱਠ ਕੇ ਜਿਹੜੀਆਂ ਸਾਡੀਆਂ ਸਿੱਖੀ ਦੀਆਂ ਕਦਰੋ ਕੀਮਤਾਂ, ਉਹਨਾਂ ਨੂੰ ਤੇ ਬੜੇ ਜ਼ੋਰ ਸ਼ੋਰ ਨਾਲ, ਦ੍ਰਿੜਤਾ ਨਾਲ ਪਹਿਰਾ ਦੇਣ ਦੀ ਲੋੜ ਆ। ਔਰ ਤੁਹਾਡੀ ਗੱਲ ਠੀਕ ਆ ਕਿ ਸਾਨੂੰ ਇਹ ਪੁੱਛਣ ਦੀ ਲੋੜ ਆ। ਅਸਲ 'ਚ ਇਹ ਚਾਹੀਦਾ ਕਿ ਅਸੀਂ ਘੱਟੋ ਘੱਟ ਇੰਨੀ ਕੁ ਰਸਮ ਜਿਹੜੀ ਆ ਉਹਦੀ ਅਦਾਇਗੀ ਜ਼ਰੂਰ ਕਰੀਏ, ਪਰ ਅਸੀਂ ਕਰ ਨਹੀਂ ਰਹੇ। ਹੁਣ ਬੱਚਾ ਆਉਂਦੇ ਆ, ਦੂਜਿਆਂ ਵੀ ਤੇ ਘੱਟੋ ਘੱਟ ਨੂੰ ਪੁੱਛਦੇ ਆ ਕਿ ਭਾਈ ਤੁਸੀਂ ਇਹ ਤੁਹਾਡੀ ਪਤਨੀ ਰੂਪ ਤੇ ਸਵੀਕਾਰ ਕਰਦੇ ਹੋ ਇਹਨੂੰ। ਸਾਡੇ ਵੀ ਤੇ ਇਹਨਾਂ ਵੀ ਨਹੀਂ ਪੁੱਛਿਆ ਜਾਂਦਾ, ਕੇਵਲ ਉਹ ਬੈਠੇ ਸੁਣਦੇ ਆ। ਜੋ ਮੰਨ ਲਓ ਉੱਥੇ ਆਨੰਦ ਹੋ ਰਿਹਾ, ਅਰਦਾਸ ਹੋਊਗੀ, ਹੁਕਮ ਲਿਆ ਜਾਊਗਾ, ਸਟੇਜ ਤੋਂ ਅਨਾਉਂਸ ਕੀਤਾ ਜਾਊਗਾ, ਅਰਦਾਸ ਹੋਊਗੀ, ਬੱਚੇ ਦੀ ਇਹਦੇ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ। ਉਹਨਾਂ ਨੇ ਕੇਵਲ ਉਹਨੂੰ ਫਾਲੋ ਕਰਨਾ ਕਿ ਅਰਦਾਸ ਹੋ ਗਈ ਨੇ ਮੱਥਾ ਟੇਕਣਾ, ਜਦੋਂ ਲਾਵਾਂ ਦਾ ਪਾਠ ਹੋ ਨਾ ਮੱਥਾ ਟੇਕ ਕੇ ਪਰਿਕਰਮਾ ਕਰਨੀ ਆ। ਇਸ ਤੋਂ ਸਿਵਾਏ ਉਹਨਾਂ ਦਾ ਕੋਈ ਹੋਰ ਜਿਹੜਾ ਉਹ ਕਰਤੱਵ ਨਹੀਂ ਹੁੰਦਾ। ਤਾਂ ਸਾਨੂੰ ਚਾਹੀਦਾ ਕਿ ਘੱਟੋ ਘੱਟ ਅਸੀਂ ਜਿਹੜੀਆਂ ਕਦਰੋ ਕੀਮਤਾਂ ਸਿੱਖੀ ਦੀਆਂ ਉਹਨਾਂ ਦਾ ਉਹ ਜਿਹੜਾ ਅਸੀਂ ਵਧਾ ਨਹੀਂ ਸਕਦੇ, ਘੱਟੋ ਘੱਟ ਜਿਹੜਾ ਮਾਪਦੰਡ ਸੀ ਅਸੀਂ ਉਹਨੂੰ ਬਰਕਰਾਰ ਰੱਖੀਏ। ਇਹਦੇ ਚੋਂ ਦੋ ਵੈਸੇ ਸਵਾਲ ਨਿਕਲਦੇ, ਪਰ ਪਹਿਲੇ ਮੈਂ ਪਹਿਲਾ ਸਵਾਲ ਜਿਹੜਾ ਤੁਸੀਂ ਕਿਹਾ ਕਿ ਖਰਚਾ ਗੁਰਦੁਆਰੇ ਵਾਲੇ ਆਪਣਾ ਪ੍ਰੋਫਿਟ ਦੇਖਦੇ ਆ, ਇਹ ਜਿਹੜੇ ਵਿਆਹ ਸ਼ਾਦੀਆਂ ਵਿੱਚ ਹੁਣ ਗੁਰਦੁਆਰਿਆਂ ਨੂੰ ਵੀ ਸਜਾਣਾ ਸ਼ੁਰੂ ਕਰਤਾ ਰੈਸਟੋਰੈਂਟਸ ਦੀ ਤਰ੍ਹਾਂ, ਤੇ ਗੁਰਦੁਆਰਿਆਂ ਵਿੱਚ ਵੀ ਇਸ ਤਰੀਕੇ ਨਾਲ ਡੈਕੋਰੇਸ਼ਨ ਹੋਣੀ ਸ਼ੁਰੂ ਹੋ ਗਈ, ਇੰਨੀ ਜ਼ਿਆਦਾ ਔਰ ਪੈਸੇ ਲੱਗਣੇ ਸ਼ੁਰੂ ਹੋ ਗਏ। ਕੀ ਇਹ ਗੁਰਦੁਆਰੇ ਵਾਲਿਆਂ ਦਾ ਇੰਟਰਸਟ ਹੈ ਜਾਂ ਪਬਲਿਕ ਦਾ ਹੈ ਜਾਂ ਸਾਡੇ ਵਿੱਚ ਹੀ ਗਿਰਾਵਟ ਆ ਗਈ? ਇਹ ਕੀ ਹੋਇਆ ਐਕਚੁਅਲ? ਜਿਹੜੀ ਜ਼ਿਆਦਾਤਰ ਜਿਹੜਾ ਦੇਖੋ ਜਿਹੜੇ ਪਰਿਵਾਰ ਹੀ ਜਿਹੜੇ ਆ ਉਹਨਾਂ ਦੀ ਭੂਮਿਕਾ, ਹਾਂ ਗੁਰਦੁਆਰਾ ਸਾਹਿਬਾਨਾਂ ਦੇ ਸੰਬੰਧਿਤ ਪ੍ਰਬੰਧਕ ਸਾਹਿਬਾਨ ਆ, ਉਹਨਾਂ ਦੀ ਕਮਜ਼ੋਰੀ ਇਹ ਆ ਕਿ ਉਹਨੇ ਦ੍ਰਿੜਤਾ ਨਾਲ ਉਹਨਾਂ ਨੂੰ ਰੋਕਦੇ ਨਹੀਂ ਪਾਈ। ਇਹ ਗੁਰਦੁਆਰਾ ਇੱਥੇ ਹਰ ਇੱਕ ਲਈ ਜਿਹੜਾ ਉਹ ਇੱਕੋ ਜਿਹਾ ਸਾਧਨ ਚਾਹੀਦਾ, ਚਾਹੇ ਉਹ ਲੰਗਰ ਆ ਚਾਹੇ ਉਹ ਸਜਾਵਟ ਆ, ਪਰ ਕਿਉਂਕਿ ਉਹਨਾਂ ਦੀ ਕਮਜ਼ੋਰੀ ਇਹ ਹੈ ਕਿ ਉਹ ਉਨੀ ਦ੍ਰਿੜਤਾ ਨਾਲ ਹਿੰਮਤ ਕਰਕੇ ਉਹਨਾਂ ਨੂੰ ਰੋਕਦੇ ਇਸ ਲਈ ਨਹੀਂ, ਜੇ ਰੋਕਣਗੇ ਦੂਜੇ ਪਾਸੇ ਚਲੇ ਜਾਣਗੇ, ਉਹ ਪਰਿਵਾਰ ਚਲੇ ਵੀ ਜਾਂਦੇ ਆ। ਤੇ ਹਰ ਸਿੱਖ ਨੂੰ ਅਸਲ ਜੇ ਉਹ ਸਿੱਖ ਆ ਤਾਂ ਉਹਨੂੰ ਚਾਹੀਦਾ ਕਿ ਸਿੱਖੀ ਦੀਆਂ ਕਦਰੋ ਕੀਮਤਾਂ ਪ੍ਰਚਾਰਨ ਵਿੱਚ ਉਹ ਯੋਗਦਾਨ ਪਾਉਣ। ਦੇਖੋ ਸਾਡੇ ਇਤਿਹਾਸ ਵਿੱਚ ਬੜੀ ਪਿਆਰੀ ਘਟਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ ਇੱਕ ਵਾਰ ਕੋਈ ਸਿੱਖ ਆਉਂਦੇ ਆ, ਮਹਾਰਾਜ ਕੋਲ ਅਗਵਾਈ ਲੈਂਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਕਿ ਮਹਾਰਾਜ ਆ ਸਿੱਖ ਆ, ਇਹਦੀ ਬੱਚੀ ਦਾ ਵਿਆਹ, ਪਰ ਇਹ ਆਰਥਿਕ ਪੱਖੋਂ ਬੜਾ ਕਮਜ਼ੋਰ ਆ, ਤੁਸੀਂ ਸਾਨੂੰ ਅਗਵਾਈ ਦਿਓ ਕਿ ਇਹਦਾ ਵਿਆਹ ਕਿਸ ਤਰ੍ਹਾਂ ਕੀਤਾ ਜਾਏ। ਹੁਣ ਸਿੱਖ ਚਾਹੁੰਦੇ ਤਾਂ ਉਹ ਮਦਦ ਆਰਥਿਕ ਤੋਂ ਕਰਕੇ ਬੜੇ ਧੂਮ-ਧਾਮ ਨਾਲ ਵਿਆਹ ਕਰ ਸਕਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਜਿਹੜਾ ਉਹ ਸਿੱਖਾਂ ਨੂੰ ਕਹਿ ਕੇ ਜਾਂ ਗੁਰੂ ਕੇ ਖਜ਼ਾਨੇ ਵਿੱਚੋਂ ਮਾਇਆ ਦੇ ਕੇ ਉਹ ਬੜੀ ਸ਼ਾਨੋ ਸ਼ੌਕਤ ਦਾ ਵਿਆਹ ਕਰਵਾ ਸਕਦੇ ਸੀ, ਪਰ ਗੁਰੂ ਸਾਹਿਬ ਨੇ ਤਾਂ ਪੂਰਨੇ ਪਾਉਣੇ ਸੀ। ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਦੇਖੋ ਤੁਸੀਂ ਧਰਮਸ਼ਾਲਾ ਚਲੇ ਜਾਓ,
ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਾਓ, ਦੋਵੇਂ ਧਿਰਾਂ ਉੱਥੇ ਧਰਮਸ਼ਾਲਾ ਪਹੁੰਚ ਜਾਣ, ਉੱਥੇ ਤੁਸੀਂ ਜਿਹੜਾ ਉਹ ਇਹਦਾ ਬੱਚੀ ਦਾ ਆਨੰਦ ਕਰ ਦੇਵੋ, ਕੋਈ ਹੋਰ ਖਰਚਾ ਕਰਨ ਦੀ ਲੋੜ ਨਹੀਂ। ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਆ ਵਰਤਾਈ ਜਾਵੇ। ਉਹ ਸਿੱਖਾਂ ਨਾਲ ਹੀ ਪੁੱਛ ਲਿਆ ਕਿ ਮਹਾਰਾਜ ਇਹ ਠੀਕ ਆ, ਚਲੋ ਵੀ ਇਹ ਗਰੀਬ ਸਿੱਖ ਆ ਤਾਂ ਇਹ ਕੜਾਹ ਪ੍ਰਸ਼ਾਦ ਦੇਗ ਵਰਤਾ ਦੂਗਾ ਤੇ ਆਨੰਦ ਹੋ ਜੂ, ਹੋਰ ਕੋਈ ਕਰਨ ਦੀ ਲੋੜ ਨਹੀਂ। ਪਰ ਜਿਨ੍ਹਾਂ ਕੋਲ ਮੰਨ ਲਓ ਸਮਰੱਥਾ ਆਰਥਿਕ ਪੱਖੋਂ ਜਿਹੜੇ ਖੁਸ਼ਹਾਲ ਆ, ਉਹ ਕੀ ਕਰਨ? ਉਹ ਵੀ ਇਸੇ ਤਰ੍ਹਾਂ ਕਰਨ। ਤਾਂ ਮਹਾਰਾਜ ਕਹਿਣ ਲੱਗੇ ਭਾਈ ਦੇਖੋ, ਸੇਵਾ ਦਾ ਇੱਕ ਪੱਖ ਇਹ ਵੀ ਆ ਕਿ ਜੇਕਰ ਤੁਹਾਡੇ ਪਾਸ ਸਮਰੱਥਾ ਆਰਥਿਕ ਪੱਖੋਂ ਤੁਸੀਂ ਮਜ਼ਬੂਤ ਹੋ ਤਾਂ ਆਪਣੇ ਬੱਚਿਆਂ ਦੇ ਜੇ ਕਾਰਜ ਕਰਦੇ ਹੋ ਤਾਂ ਜਿਸ ਤਰ੍ਹਾਂ ਆਮ ਲੋਕੀ ਕਰ ਰਹੇ ਆ, ਤੁਸੀਂ ਵੀ ਆਪਣੇ ਬੱਚਿਆਂ ਦੇ ਕਾਰਜ ਉਵੇਂ ਕਰੋ ਤਾਂ ਕਿ ਤੁਹਾਡਾ ਜਿਹੜਾ ਅਡੰਬਰ ਆ, ਤੁਹਾਡੀ ਜਿਹੜੀ ਸ਼ਾਨੋ ਸ਼ੌਕਤ ਆ, ਪ੍ਰਦਰਸ਼ਨੀਆਂ ਨੂੰ ਦੇਖ ਕੇ ਦੂਜੇ ਉਹ ਰੀਸ ਕਰਕੇ ਉਹ ਕਰਜ਼ਈ ਨਾ ਹੋ ਜਾਣ। ਤੁਸੀਂ ਜੇਕਰ ਆਪਣੇ ਬੱਚਿਆਂ ਨੂੰ ਕੋਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਗੁਪਤ ਰੂਪ ਵਿੱਚ ਬਾਅਦ ਵਿੱਚ ਆਪਣੇ ਬੱਚੇ ਨੂੰ ਦੇ ਦੇਵੋ। ਮਹਾਰਾਜ ਕਹਿਣ ਲੱਗੇ ਇਹ ਵੀ ਇੱਕ ਸੇਵਾ, ਸਿੱਖੀ ਵਿੱਚ ਇਹ ਵੀ ਇੱਕ ਸੇਵਾ ਮੰਨੀ ਗਈ ਆ। ਪਰ ਅਸੀਂ ਜਿਹੜੀਆਂ ਸਿੱਖੀ ਦੀਆਂ ਇਹ ਜਿਹੜੀਆਂ ਉੱਚ ਕਦਰੋ ਕੀਮਤਾਂ, ਮਿਆਰੀ ਕਦਰੋ ਕੀਮਤਾਂ ਸੀਗੀਆਂ, ਅਸੀਂ ਇਹਨਾਂ ਨੂੰ ਜਿਹੜਾ ਉਹ ਛਿੱਕੇ ਉੱਤੇ ਟੰਗ ਦਿੱਤਾ। ਔਰ ਅਸੀਂ ਉਸੇ ਤਰ੍ਹਾਂ ਅੱਜ ਅਸੀਂ ਦੇਖ ਕੇ ਇਹ ਨਹੀਂ ਲੱਗਦਾ, ਅੱਜ ਜੇ ਇਹ ਆਖੀਏ ਤੇ ਕਥਨੀ ਨਹੀਂ ਹੋਊਗੀ ਕਿ ਦੂਜੀਆਂ ਕਮਿਊਨਿਟੀਆਂ ਨਾਲੋਂ ਕਿਤੇ ਜ਼ਿਆਦਾ ਸਾਡੀ ਕਮਿਊਨਿਟੀ ਜਿਹੜੇ ਇਸ ਵਕਤ ਜਿਹੜੀ ਆ ਉਹ ਖਰਚੀਲੀ ਬਣ ਚੁੱਕੀ ਆ। ਐਸਾ ਨਹੀਂ ਕਿ ਦੂਜੇ ਲੋਕ ਨਹੀਂ ਕਰਦੇ, ਪਰ ਜੇ ਕਿ ਅਸੀਂ ਕੰਪੇਅਰ ਕਰਕੇ ਦੇਖੀਏ ਸਾਡੀ ਕਮਿਊਨਿਟੀ ਜਿਹੜੀ ਆ ਜਿਹਦੇ ਵਿੱਚ ਸਾਦਗੀ ਦੀ ਪ੍ਰਧਾਨਤਾ ਸੀ। ਦੇਖੋ ਗੁਰਦੁਆਰੇ ਵਿੱਚ ਤਾਂ ਹਰ ਮਾਈ ਭਾਈ ਨੂੰ ਮਹਿਸੂਸ ਹੁੰਦੇ, ਅੱਜ ਜਿਹੜੇ ਆ ਉਹ ਆਮ ਗਰੀਬ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ। ਤਾਂ ਇਹ ਚਾਹੀਦਾ ਸੀਗਾ ਜੇ ਪਰਿਵਾਰ, ਇਹ ਸਾਰਿਆਂ ਦਾ ਫਰਜ਼ ਆ ਅਸਲ 'ਚ ਕਿ ਪਰਿਵਾਰਾਂ ਨੂੰ ਵੀ ਚਾਹੀਦਾ ਕਿ ਅਸੀਂ ਇੱਕ ਸਿੱਖ ਹਾਂ, ਜੇ ਅਸੀਂ ਸਿੱਖ ਕਹਾਉਂਦੇ ਹਾਂ ਤਾਂ ਸਾਨੂੰ ਇਹ ਸਮਾਜ ਦੀ ਇਹ ਵੀ ਇੱਕ ਵੱਡੀ ਸੇਵਾ ਕਿ ਅਸੀਂ ਐਸੀਆਂ ਪ੍ਰਦਰਸ਼ਨੀਆਂ ਤੋਂ ਸੰਕੋਚ ਕਰੀਏ। ਜੇ ਵਾਹਿਗੁਰੂ ਨੇ ਸਾਨੂੰ ਇਸ ਯੋਗ ਬਣਾਇਆ ਤਾਂ ਅਸੀਂ ਆਪਣੇ ਬੱਚਿਆਂ ਦੇ ਨਾਂ, ਉਹਨਾਂ ਦੇ ਨਾਂ ਪੈਸਾ ਅਸੀਂ ਜਮ੍ਹਾਂ ਕਰਾ ਦਈਏ ਤਾਂ ਕਿ ਸੁਸਾਇਟੀ ਵਿੱਚ ਸਾਡੀ ਰੀਸ ਕਰਕੇ ਕੋਈ ਗਰੀਬ ਵਿਅਕਤੀ ਜਿਹੜਾ ਉਹ ਦੇਖ ਕੇ ਮੇਰਾ, ਜੇ ਮੇਰੇ ਗੁਆਂਢੀ ਨੇ ਕਰਾਇਆ, ਮੇਰੇ ਰਿਸ਼ਤੇਦਾਰ ਨੇ ਇੰਨਾ ਖਰਚ ਕੀਤਾ, ਮੈਂ ਨਾ ਕਰੂੰਗਾ ਤਾਂ ਮੇਰੀ ਬਦਨਾਮੀ ਹੋਊਗੀ, ਲੋਕੀ ਗੱਲਾਂ ਕਰਨਗੇ। ਤਾਂ ਜਿਸ ਤਰ੍ਹਾਂ ਅਸੀਂ ਆਮ ਸੋਚਦੇ ਹੀ ਹਾਂ ਕਿ ਲੋਕੀ ਕੀ ਆਖਣਗੇ, ਤਾਂ ਘੱਟੋ ਘੱਟ ਉਹ ਰੀਸ ਕਰਕੇ ਕਰਜ਼ਾਈ ਨਾ ਹੋਵੇ। ਤਾਂ ਸਾਨੂੰ ਸਾਰਿਆਂ ਨੂੰ ਇਹ ਸਿੱਖ ਦੀ ਹੈਸੀਅਤ ਵਿੱਚ ਇਹ ਖਿਆਲ ਰੱਖਣ ਦੀ ਲੋੜ ਆ। ਉਹ ਜਿਹੜੇ ਖਾਸ ਤੌਰ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸੱਜਣ ਆ, ਉਹਨਾਂ ਦਾ ਇਹ ਨੈਤਿਕ ਫਰਜ਼ ਬਣਦਾ ਕਿ ਉਹ ਬੜੀ ਦ੍ਰਿੜਤਾ ਨਾਲ ਹਿੰਮਤ ਕਰਕੇ ਉਹ ਜੇਕਰ ਕੋਈ ਪਰਿਵਾਰ ਐਸਾ ਚਾਹੁੰਦਾ ਤਾਂ ਉਹਨੂੰ ਰੋਕਣ ਕਿ ਭਾਈ ਇਹ ਧਰਮਸ਼ਾਲਾ, ਇਹ ਗੁਰੂ ਨਾਨਕ ਦੀ ਧਰਮਸ਼ਾਲਾ, ਇਹ ਗੁਰਦੁਆਰਾ, ਇੱਥੇ ਪਰ ਤੁਹਾਨੂੰ ਮੁਬਾਰਕ ਆ ਕਿ ਗੁਰੂ ਨੇ ਤੁਹਾਨੂੰ ਭਾਗ ਲਾਏ ਆ, ਪਰ ਇਹਦੀ ਇਹ ਪ੍ਰਦਰਸ਼ਨੀ ਦੇ ਥਾਂ ਨੇ, ਇੱਥੇ ਤਾਂ ਉਵੇਂ ਹੀ ਹੋਊਗਾ ਕਿ ਜਿਵੇਂ ਹਰ ਸਿੱਖ ਦਾ ਹੁੰਦਾ। ਤਾਂ ਫਿਰ ਸਾਡੇ ਵਿੱਚ ਬਹੁਤ ਸਾਰੀ ਜਿਹੜੀਆਂ ਕੁਰੀਤੀਆਂ ਜਿਹੜੀਆਂ ਕਿ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ, ਇਹਨਾਂ ਨੂੰ ਠੱਲ ਪਾਉਣ ਦੀ ਸੰਭਾਵਨਾ। ਠੀਕ ਹੈ, ਅਸੀਂ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਇੱਥੇ ਹੀ ਰੋਕਦੇ ਹਾਂ। ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ। ਆਨੰਦ ਬਾਰੇ ਅਸੀਂ ਭਾਗ ਤੀਜਾ ਵੀ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਲਾਵਾਂ ਦੇ ਉੱਤੇ ਡਿਟੇਲ ਅਸੀਂ ਵਰਕਆਊਟ ਕਰਾਂਗੇ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ। ਸੋ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਹੈ ਕਿ ਇਸ ਨੂੰ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ। ਤੇ ਜਿਹੜੇ ਵੀ ਕਿਸੇ ਨੇ ਕਮੈਂਟਸ ਦੇਣੇ ਹੋਣ ਪਲੀਜ਼ ਥੱਲੇ ਉਹਦੇ ਕਮੈਂਟ ਸਾਨੂੰ ਜ਼ਰੂਰ ਭੇਜੋ ਤਾਂ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕੀਏ। ਸੋ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।